वाहिगुरू जी की फतेह। पिछले तकरीबन 3 महीनों तो लगातार एक विशा मनुखी जीवन की यात्रा ते उसकी मंजिल ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਸਾਂਝਾ ਕਰਦੇ ਆ ਰਹੇ ਹਨ। ਅੱਜ ਉਸ ਲੜੀ ਦਾ ਆਖਰੀ ਲੈਕਚਰ ਜਿਹਦੇ ਵਿੱਚ ਕਨਕਲੂਜਨ ਤੇ ਸਾਰੇ ਵਿਸ਼ੇ ਦੀ ਜੋ ਸਮਰੀ ਹੈ, ਸਾਰ ਹੈ, ਉਹ ਵੀਰ ਜੀ ਅੱਜ ਆਪ ਜੀ ਨਾਲ ਸਾਂਝਾ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਇਨਸਾਨ ਦੇ ਜੀਵਨ ਦਾ ਕਹਾਣੀ ਕੀ ਹੈ, ਕਹਾਣੀ ਕਿੱਥੋਂ ਸ਼ੁਰੂ ਹੋਈ, ਕਿੱਥੇ ਮੁੱਕਣੀ ਹੈ, ਔਰ ਕਹਾਣੀ ਮੁੱਕਣ ਤੋਂ ਬਾਅਦ ਇਹਦਾ ਕੀ ਅਸਲ ਨਿਸ਼ਾਨਾ ਹੈ, ਇਹ ਕੁਝ ਵਿਚਾਰਾਂ ਅਸੀਂ ਸ਼ੁਰੂ ਕੀਤੀਆਂ ਸਨ, ਜਿਹਦਾ ਆਖਰੀ ਪੜਾਅ ਤੇ ਅਸੀਂ ਪਹੁੰਚੇ। ਮਿਲਾਪ ਤੇ ਹਮੇਸ਼ਾ ਦੋ ਪੱਖ ਹੁੰਦੇ ਨੇ। ਇੱਕ ਮਿਲਾਪ ਉਸਨੂੰ ਵੀ ਕਿਹਾ ਜਾਂਦਾ ਹੈ, ਆਮ ਕਰਕੇ ਜਿਹੜੀ ਕਿਸੇ ਨਾਲ ਮੁਲਾਕਾਤ ਹੋਵੇ, ਇੱਕ ਦੂਜੇ ਨੂੰ ਮਿਲੀਏ, ਇਹਨੂੰ ਮਿਲਾਪ ਕਹਿੰਦੇ ਆ। ਪਰ ਇਸ ਮਿਲਾਪ ਦੇ ਪਿੱਛੇ ਇੱਕ ਵਿਛੋੜੇ ਦਾ ਪੀੜਾ ਹੁੰਦੀ ਹੈ। ਇਸ ਮਿਲਾਪ ਥੋੜ੍ਹਾ ਚਿਰ ਹੁੰਦਾ ਹੈ। ਹਾਂ, ਇਸ ਮਿਲਾਪ ਵਿੱਚ ਖੁਸ਼ੀ ਹੁੰਦੀ ਹੈ, ਇਸ ਮਿਲਾਪ ਵਿੱਚ ਵੀ ਚਾਅ ਹੁੰਦਾ ਹੈ, ਪਰ ਥੋੜ੍ਹਾ ਚਿਰ ਹੈ, ਫਿਰ ਵਿਛੋੜਾ ਪੈ ਜਾਂਦਾ। ਦੂਜੇ ਪਾਸੇ ਆਤਮਿਕ ਆਨੰਦ ਦਾ ਇਹੋ ਹੀ ਕੁਝ ਇਸ ਤਰ੍ਹਾਂ ਦਾ ਵਿਚਾਰ ਹੈ। ਆਤਮਿਕ ਆਨੰਦ ਮਾਣਿਆ ਜਾ ਰਿਹਾ ਹੈ, ਆਤਮਿਕ ਆਨੰਦ ਦੇ ਹੁਲਾਰੇ ਲਏ ਜਾ ਰਹੇ ਹਨ, ਪਰ ਵਾਸਾ ਤਾਂ ਹਾਲੇ ਵੀ ਸਰੀਰ ਵਿੱਚ ਹੈ। ਆਤਮਾ ਦਾ ਵਾਸਾ ਹਜੇ ਵੀ ਸਰੀਰ ਵਿੱਚ ਹੈ। ਆਤਮਾ ਪਰਮਾਤਮਾ ਨੂੰ ਮਿਲ ਗਈ, ਪਰ ਵਾਸਾ ਅਜੇ ਸਰੀਰ ਵਿੱਚ ਹੈ। ਹਾਂ, ਇਸ ਅਵਸਥਾ ਵਿੱਚ ਦੁਬਦਾ ਮਰ ਗਈ, ਬਾਹਰ ਦਾ ਝੁਕਾਓ ਖਤਮ ਹੋ ਗਿਆ, ਪਰ ਸਰੀਰਕ ਜਾਮਾ ਹੋਣ ਕਰਕੇ ਹਾਲੇ ਇਹ ਸਮਝ ਲਈਏ ਕਿ ਇਹ ਆਤਮਾ ਪਰਮਾਤਮਾ ਦੇ ਘਰ ਇੱਕ ਮਹਿਮਾਨ ਬਣ ਕੇ, ਗੈਸਟ ਬਣ ਕੇ ਗਈ ਹੈ। ਇਹ ਸਮਝ ਲਈਏ। ਤੇ ਦੂਜਾ ਮਿਲਾਪ ਉਹ ਹੋਇਆ, ਅਸਲ ਮਿਲਾਪ ਉਹ ਹੁੰਦਾ ਜਦੋਂ ਸਰੀਰਕ ਚੋਲਾ ਛੱਡ ਕੇ, ਇਸ ਆਤਮਾ ਨੇ ਸਰੀਰ ਦਾ ਚੋਲਾ ਛੱਡ ਕੇ ਉਸ ਪਰਮੇਸ਼ਰ ਦਾ ਰੂਪ ਹੋ ਜਾਣਾ ਹੈ। ਅਸਲ ਮਿਲਾਪ ਉਹ ਹੁੰਦਾ ਹੈ। ਇਹ ਵੀ ਮਿਲਾਪ ਹੈ, ਪਰ ਹਾਲੇ ਸਰੀਰਕ ਚੋਲਾ ਹੋਣ ਕਰਕੇ ਇਸ ਕੁਛ ਦੂਰੀ ਬਣੀ ਹੋਈ ਹੈ। ਉਸ ਘਰ ਦੇ, ਰੱਬ ਦੇ ਘਰ ਦੀ ਪ੍ਰਾਹੁਣੀ ਹੈ, ਮਹਿਮਾਨ ਹੈ, ਪਰ ਜਦੋਂ ਸਰੀਰਕ ਚੋਲਾ ਛੱਡ ਦਿਆਂਗੇ ਤੇ ਫਿਰ ਜਦੋਂ ਉੱਥੇ ਜਾ ਕੇ ਟਿਕਦੀ ਹੈ ਆਪਣੇ ਘਰ ਵਿੱਚ, ਨਿਜ ਘਰ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨੇ ਬਸੇਰਾ, ਉਹ ਮਨੋਰਥ ਪੂਰਾ ਹੋ ਗਿਆ। ਜਿਹੜੇ ਕੰਮ ਲਈ ਆਏ ਸੀ ਉਹ ਕੰਮ ਪੂਰਾ ਹੋ ਗਿਆ, ਜਿਸ ਕੰਮ ਨੂੰ ਕਰਨਾ ਸੀ ਉਹ ਕੰਮ ਪੂਰਾ ਹੋ ਗਿਆ। ਫਿਰ ਕਹਿੰਦੇ ਨੇ ਵੀ ਉੱਥੇ ਪਰਮਾਨੈਂਟ ਪੱਕਾ ਮਿਲਾਪ ਹੈ। ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਵੀ ਗੁਰਬਾਣੀ 'ਚ ਦਿੱਤੀਆਂ ਨੇ। ਪਿਛਲੇ ਹਫ਼ਤੇ ਅਸੀਂ ਕੁਝ ਜ਼ਿਕਰ ਕੀਤਾ ਸੀ, ਸੂਰਜ ਦੀ ਕਿਰਨ ਦਾ, ਪਾਣੀ ਦਾ ਕੁਝ ਜ਼ਿਕਰ ਅਸੀਂ ਕੀਤਾ ਸੀ। ਉਹ ਦੁਬਾਰਾ ਅੱਜ ਆਪਾਂ ਨਹੀਂ ਦੁਹਰਾਵਾਂਗੇ, ਕਿਉਂਕਿ ਅੱਜ ਆਪਾਂ ਵਿਸ਼ੇ ਦੀ ਸਮਾਪਤੀ ਕਰਨੀ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ, ਜਿਹੜੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੱਸੀ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਜਾਂ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੰਸਾਰੀ ਲੋਕਾਂ ਨੂੰ ਇਸ ਮਾਰਗ ਤੇ ਨਿਰੰਕਾਰ ਨਾਲ
ਭੇਦ ਹੋਣ ਦੀ ਗੱਲ ਦੱਸਣ ਲਈ ਉਦਾਹਰਨਾਂ ਗੁਰੂ ਪਾਤਸ਼ਾਹ ਨੇ ਦਿੱਤੀਆਂ ਹਨ। सूरज किरण मिले जल का जल हुआ राम, ज्योति ज्योत रही संपूर्ण थिया राम। ये कुछ उदाहरण दित्तियां हैं, पर जदों वो मिलाप है वो तो अब तो जाए चढ़े सिंघासन, मिले है सारंग पानी, राम कबीरा एक भय है कोई ना सकै पहचान। ये मिलाप है, इत्थे पछाण मुक जाती है। भगत कबीर जी ने बड़ा सुंदर इसका दृश्यांत जिहड़ा है खिंचिया है। बस हुण आपां थोड़ा जिहा अगे नूं विचार करिए, अगले पासे नूं तुरीए, फिर आपां नूं समझ आ जाएगी। भगत जी कहंदे ने, पर भगत कबीर जी प्यारिओ, जदों कोई अजिहा दरवेश, इहनूं मैं दरवेश ही कहांगा, अजिहा दरवेश सरीरक चोला छड्ड के अपने प्यारे दे घर जांदा है, जिथे उसका हुण अपना घर बन गया है। हुण उसका अपना घर बन गया, हुण प्यारे दा घर वखरा नहीं रहा, हुण उसदा अपना घर बन गया। फिर इहो जी दरवेश आत्मा लई दुनिया नूं विछोड़े विच रोण दा कोई लाभ नहीं, रोना भी नहीं चाहिए। हालांकि अजिही आत्मा तां वधाई दी हकदार है, सचमुच वधाई दी हकदार है। रोना तो उहनूं चाहिए है जिहड़ा साकत है, टुट गया, जीवन दे मनोरथ हार गया, ते जिहड़ा जीवन दी बाजी जित गया, अपने जीवन नूं जित के तुर गया, उहदे लई रोना क्यों है। भगत जी ने छोटे ਜਿਹੇ लफ्जां ਵਿੱਚ गल कही, कबीर संत मोए क्या रोई है, जो अपने गृह जाए। क्यों रोइए भाई, वो तो अपने घर गया। तो वो साकत वापरे जो हाट है हाट बिकाए। जिन्हां ने जमना मरना रोवो उन्हां नूं, जिन्हां ने जीवन की बाजी हार गई, कदी उत्थे विक गया कदी उत्थे विक गया, किसी के दर ते जा चुटिया, किसी जून च पै गया, कोई पिछे जून च पै गया। रोवो तो उन्हां नूं जिन्हें जीवन की बाजी हार गई। आपां सत बाणी की एक उदाहरण लेंदे हां। गुरु अमरदास पातशाह जी ने, जो बाबा सुंदर जी ने बाणी लिखी, जदों अकाल चलाना करना सी ते सारे सिखा गुरसिखा भाइयों नूं इकट्ठा कीता, कहण लगे भाई मेरे चलाने तो बाद रोना नहीं, क्योंकि मेरा सरीरक चोला हुण बिरध हो गया है। हुण बिरध होवे भावें जवान होवे, सरीरक चोला जदों छड्डना तो छड्डना ही है। हुण मेरा परमेश्वर कहंदे मैनूं घर अपने घर विच सद्दा दे रहा, कहंदे मित्रो रोवो तां जे मैनूं कोई उत्थे जाके सजा मिलनी होवे। एक मित्र किहड़ा चंगा हुंदा, जिहड़ा अपने मित्र नूं मिली हुई वडियाई दे उत्ते खुश होवे। जिहड़ा मित्र नूं मिली हुई वडियाई तो मूँह वट लवे, उस मित्र नहीं हुंदा। मित्र तां खुश हुंदा है जे मित्र नूं उहदी वडियाई ते मिले। ते मैं अपने घर चलिया। बड़ी सुंदर उदाहरण दी है बाबा सुंदर जी के शब्दों में लिखा होया, कहते ने मित पैज मित विकसै, जे जिस मित की पैज भावे। बहुत कमाल के बोल हैं, समझने लिए साडी जीवन का एक बड़ी डूंगी शैली है दे विच छुपी हुई। मित पैजे मित विकसै, जिस मित की पैज भावे, तुसी विचार देखो पुत भाई हर सतगुरु पिनावे। आहा, तो कहते मिलियो भलियो, कदी विचार करके देखो, तुसी विचार देखो पुत भाई, मेरे पुत्रो मेरे भरावो, सतगुरु तो मैनू अपना सिंघासन बख्श रहा है, सरूपा बख्श रहा है। ते जे मित्र मित पैजे, जे मित्र नूं सरूपाओ मिले, मान मिले, तो उहदा मित्र देख के खुश हुंदा है। मित विकसै, पर तां जे उहनूं मित्र दी हुंदी है वडियाई चंगी लगे। सचमुच बहुत कमाल के बोल हैं सत बाणी ने। तो इस धर्म के इस पवित्र विहड़े विचों प्रभु नालों एक प्रभु नाल एक मिकता हासिल कर चुकियां पावन दरवेशी वो रूहां, जिन्होंने भाई गुरदास जी ने अपने शब्दों में लिखा है, गुरमुख जन्म सवार दरगाह चलिया, सच्ची दरगाह जाए,
सच्चा पिड़ मलिया, गुरमुख भोजन भाओ चाओ अललिया, गुरमुख निचल चित न हले हलिया, गुरमुख सच अलाओ भली हूँ भलिया, गुरमुख सच्चे सच्चे जान आवन कलिया। गुरमुख सदे जान, गुरमुख सदे जान आवन कलिया। भी गुरमुखां नूं बुलाया जाता है ते गुरमुखां नूं हुक्म दे के संसार च भेजा जाता है। इहो फर्क है आम दुनियावी बंदे दा ते एक प्रभु दे प्यार विच रंगी हुई उस आत्मा दा। अजिहियां पवित्र रूहां अपना जन्म सवार लैंदियां, जिस दा सदका वाहिगुरू दे घर विच अटल पदवी पा लैंदियां। हुण अजिही आत्मा केवल अपना सुधार के जीवन सफला नहीं करती, बल्कि जपदी बाणी आपां पढ़दे आ ना, जिन्नी नाम ते आया गे मशक्कत घाल, नानक ते मुख उजले, केती छुट्टी नाल दी गल भी। हुण इहो ਜਿਹੀ रंगी हुई रूह, प्यारे दे प्यार विच भिजी हुई रूह, जिन्हां ने उहदी संगत मान लई, उन्हां नूं भी नाल लैके पार उतारा कर गई। यह है असली कहानी जिहड़ी है गुरु प्यारिਆਂ ਦੀ संगत। तां ही अरदास विच असीं पढ़दे हां कि संगत किन्हां दी बख्श, सही प्यारे मेल जिन्हां मिलिया तेरा नाम चित आवे। क्यों मंगदे आ गल? क्योंकि केती छुट्टी नाल दे मार्ग ते रस्ता पधरा हुंदा है। ते केती छुट्टी नाल होर की है? संगत विच रहना। यही गुरसिख दी कुल है, यही गुरसिख दा प्यार है, यही गुरु के सिख दे जीवन दी शैली है, यही गुरु के सिख दे रिश्तेदार संबंधी हैं। किहड़े जिहड़े गुरसिख दे जीवन दे विचों कुछ सिख लैंदे हैं, जिहड़े जीवन तो सचमुच सेध लै लैंदे हैं। कदी यकीन करके जाणीए, ये गुरु जिहड़ा गुरु दी बख्शिश दा पात्र बन गया, प्रभु दरबार विच मुख भी उजला हो गया। केवल मुख उजला नहीं होया, सदैव अभेदता भी उसके घर विच कर, सदैव अभेदता सदा लई भेद हो गया। संसार दी झोली विच कितनी प्यारी ते मिठी दात इस संसार विचों सानू जीवन रूपी मिली। इस संसार दी झोली विच मारे मालकते ने पाई ते जगत पूरे दी उस मालक दी आराधना करके, जगत साजन वाले दी आराधना करके, फिर ये जोत जिहड़ी सी परम जोत में जाके अभेद हो गई। किस विच जिहड़ा आप जमदा नहीं, आप मरदा नहीं, भाव अधूरा नहीं, जिहड़ा पूरा है। कि जदों जीवन विच इंसान असीं कहने पूरा हो गया, पूरा तो उस दिन होवेगा जिस दिन एक छोटी जी जोत अपने घर विच जाके टिक जाए। असल च उदों पूरा होएगा। जन्म मरण तो रहत परमेश्वर है, ते जिहड़ा सचमुच इस आद सच जुगाद सच है भी सच, नानक होसी भी सच दे विच लीन हो गया, वो भी सच वतारू बन गया। ये जोत रल गई। हुण अगली गल है सफल यात्रा। जिहड़ी सफल यात्रा की है? हर मनुखी जीव की यात्रा शुरू तो इक्को जी हुंदी है, शुरू इक्को जी हुंदी है। कदी ख्याल करना, जन्म दे नाल मनुख दे जीवन की यात्रा शुरू होती है, पर समाप्ति सारियां दी वखरी वखरी ढंग दी हुंदी है। बड़ी गल समझण वाली है कि जन्म सारियां दा ही हुंदा, इक्को जी यात्रा शुरू हुंदी, इक्को थां तो कह लो शुरू हुंदी, पर जदों समाप्ति हुंदी है यात्रा दी, वो वखरे वखरे ढंग नाल हुंदी। सफल यात्रा दे मंजिल ते विरले ही पहुंचते हैं जिन्हां दी यात्रा सफल होती है। यात्रा दा समाप्त होना ते यात्रा दा सफल होना दोने चीज़ां वखरियां वखरियां हैं। यात्रा सब दी समाप्त होनी है, जिहड़ी मनुखी यात्रा शुरू हुई सी, ये मनमुख दी भी होनी है, गुरमुख दी भी होनी है। पर दोने यात्रा दा समाप्त होना ते यात्रा दा सफल होना दोने अलग चीज़ां हैं। मनमुख जीवन की यात्रा हार जाता है, गुरमुख जीवन की यात्रा नूं सफल कर लैंदा है। मनुखी यात्रा सफल जीवन तो यही है ना, जिहड़ी यात्रा सफल हो जाए। तो जिहड़ियां जिस जीव ने मनुखी जामा पहन के गुरु वालों दर्शाए हुक्म रजाई चलन की जाच सिख लई, गुरु दे दसे मार्ग ते चल इत मार्ग चले भाईड़े, गुरु कहे सुकार कमाए जियो, त्यागे मन की मतड़ी विसारे दूजा भाव जियो, क्यों पावे हर दरसावड़ा ना लगे तत्ती वाव जियो की गल जिन्हें सिख लई, तत्ती वाव कितों लगेगी? गुरु तो सानू आप अपनी गोदी च बिठा के गल कहता भी नहीं लगेगी तत्ती वाव।
यात्रा सफल हो जाएगी। जिन्हें इस हुक्म रजाई दे पिंड ते चलदियां हर मुश्किल का सामना सतगुरु की बख्शिश राही गुरु के हुक्म विच रहिंदियां होइयां इस जीवन की यात्रा नूं बतीत किया, सचमुच उन्हें करतार की गोदी का निघ मान लिया। हुण गुरु का हुक्म जिथों आपां शुरू कीती सी, गुरु का हुक्म भी मनाया ते गुरु के हुक्म विच रहिंदियां होइयां करतार की गोदी का निघ भी मान लिया। उहनूं ही असीं कहने आ सफल सफल भई सफल यात्रा आवन जान रहे मिले साधा। गुरु नूं मिल के आवन जान का जिहड़ा काम सी ये मुक गया। फिर पातशाह जी फिर अगे भी एक होर भी गल गौड़ी राग विच कहंदे ने, आया सफलताहूं को गणिए जास रसन हर हर जस भणिए। सफल उन्हां दा ही है जिन्हां दी रसना ते वाहिगुरू दी याद रहिंदी है। फिर सतगुरु जी आसा राग विच एक गल कहंदे ने, आप लिए लड़ लाए। भगत बाबा फरीद जी गल कहंदे ने, आप लिए लड़ लाए दर दरवेश से तिन धन जनेंदी माओ आए सफल से। यही सफल है, उन्होंने जमन वाली माता भी धन हो। देखो यात्रा कोई सफल कर रहा है ते मान मां नूं भी नाल मिलदा है। सेम उस तरह ही जे असफलता की टीसी ते चलदा है तो फिर मां नूं कहंदे सी जन्म ही ना दिंदी इहो जिहे बच्चे नूं। इसका मतलब यह है भी उत्थे गल जिन्हें जीवन का मनोरथ नहीं समझिया उहदा चंगा सी, संसार च आउंदा ही ना। पर इत्थे यात्रा सफल करने की गल है। बहुते लोग इहो जिहे हुंदे ने जिन्हां ने यात्रा दा शुरू की, पर कई पड़ाए आए रस्ते दे, कई पड़ा आए उहदे विच रुक गए। किते कोई किते रुक गया, कोई किते रुक गया, कोई तो रुक के अगले सफर की गल ही याद नहीं करता, अगे नूं होर कदम भी असीं वधाउणा है। इदां दे बहुत सारे सानूं मिल जांदे ने। धर्म की दुनिया विच भी इहो ही चीज़ां हैं। बहुत सारे लोग आउंदे ने, बड़े चाह दे नाल शामिल हो जाते हैं, पर ये थोड़े चिरे बाद वो चाह लथ जाता है। रस्ते विच आईयां होईयां रुकावटां रस्ता रोक के खड़ियां हो जांदियां हैं। माया अपना रूप दिखाउंदी है, पर माया दे उस रूप विचों जिहड़े बच के निकल जाते हैं असल विच ओह सफलता की टीसी ते जाके पहुंच जाते हैं। इस तरह जिन्हां राहियां दे कोल दो चीज़ां हुंदियां ने, यात्रा ते चले हुए यात्रू दे कोल जिहड़ियां दो चीज़ां वो लैके तुरिया सी, असल विच इह जिहड़े रस्ते विच रुकण वाले यात्रू उन्होंने अपनी दोवें ही कोलों गवा लिया, मूल भी गवा लिया ते अगे मंजिल भी गवा ली। जिहड़ियां दो चीज़ां लैके चलिया सी उसने वो सारा कुछ ही गवा लिया। पहली वस्तु चीज़ सी मनुखा जन्म की, ते दूसरी वक्त सी एक समय की नीयत किया होया समा। वो समा लंघिया होया कभी हथ नहीं आउंदा, बीत गया जो समा कभी वापस नहीं आउंदा। ते मनुखा जन्म का एक एक पल एक एक सवास लंघदा जावे ते ये भी वापस नहीं आउंदा। एक मनुखा जन्म गवा लिया जिहड़ा बड़ी कीमती चीज़ सी, बड़ी देर बाद प्राप्त होया, ते दूजा जो मिलिया होया वक्त सी वो भी हथों गवा लिया। तो इस आत्मा ने तो निश्चित वक्त अनुसार मनुखी जामे दे साधन राही अपने असले परमेश्वर भी समाउणा सी, पर साधन भी उहो ही सी है। पर कुछ इस साधना नूं स्वीकार करके ते कोई साधना नूं नकार करके इस संसार दे उत्तों तुर पैंदे हन। मकसद दी साधन साकार हो जान तो मकसद की पूर्ति हो गई, साधन नकार हो जान तो मनुख जीवन की बाजी हार गया, जीवन की बाजी हार जाता है। तो इसे करके ही सानू गुरबाणी ने गल कही है, यही तेरी अवसर यही तेरी बार घट भीतर तू देख विचार। अंदर झातियां मार के देख, यो ही समा है, यो ही मनुखा जन्म तेरी वारी है। ये गुरु पातशाह ने श्री राग विच भी सानू एक गल कही सी, लख 84 भ्रमतियां दुर्लभ जन्म पायोए, नानक नाम संभाल तू सो दिन नेड़ा आयो है। वार्निंग भी नाल गुरु पातशाह ने सानू दी। एक यात्री नूं कई बार सुचेत किया, गुरु पातशाह बड़ी बार सुचेत कीते कि कहते मोहलत पुन्नी हो जानी है, तेरी ये मोहलत का जिहड़ा समा तैनूं मिलिया पूरा हो जाना। भाव समा बीत जाएगा फिर तेनू पछतावा होएगा, तेरी एक नहीं सुनी जानी, फिर तो हाथ मरोड़े तन कपे स्याहू हुआ सीत वाली अवस्था ते जा पहुंचेगा। हुण नहीं बख्श है, हुण ही समा है, हुण ही संभाल कर काफलता की गहरी नींद विचों निकल। सगों गुरु पातशाह फिर कहते ने जदों नहीं करेगा फिर करना हूं तो सो ना कियो,
परियो लोभ कै फंद, नानक समयो रम गयो, अब क्यों रोवत अंध। फिर तो पछतावे तो इलावा कुछ पल्ले भी नहीं पेगा। गुरु साहब जी ने अनेका ऐसे राहां विच रुक के मौज मनाउंदियां, मस्तियां मारदियां होईयां, अजाई गवाउंदियां लोकां दे जीवन नूं वेखिया है। उन्हां बारे गुरु पातशाह जी ने बचन भी कीते है। हुण गल की है भी ये चीज़ां ਜਿਹੜੇ ਪੜਾਅ ਜਿਹੜੇ ਹਨ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੋਏਗਾ। ਉਹ ਪੜਾਅ ਕਿਹੜੇ ਹਨ? ਜਿਹੜੇ ਇੱਕ ਮਾਇਆ ਹੈ, ਇੱਕ ਵਿਸ਼ੇ ਵਿਕਾਰ ਹਨ, ਪਰਿਵਾਰਕ ਮੋਹ ਹੈ, ਮੋਹ ਮਮਤਾ ਹੈ, ਲੋਕ ਲਾਜ ਹੈ, ਮਨਮੁਖਤਾ ਹੈ, ਹਉਮੈ ਹੈ, ਧੰਦਾ ਹੈ, ਰਿਧੀਆਂ ਸਿੱਧੀਆਂ ਹਨ, ਮਾਨ ਵਡਿਆਈ ਹੈ, ਫਿਰ ਮਨਮੁਖਤਾ ਹੈ, ਪਖੰਡ ਹੈ, ਅਗਿਆਨਤਾ ਹੈ, ਜਾਂ ਚੰਚਲ ਮਤ ਹੈ, ਜਾਂ ਅਸੀਂ ਇਹ ਕਰ ਲਈਏ ਵੀ ਥੋੜੀ ਜਿਹੀ ਗੱਲ ਆਪਾਂ ਥੋੜੀ ਵਿਚਾਰ ਇਹਨਾਂ ਦੀ ਜ਼ਰੂਰ ਕਰ ਲਈਏ ਤਦ ਕਿ ਅਸੀਂ ਆਪਣੀ ਯਾਤਰਾ ਨੂੰ ਸਫਲ ਕਰਨ ਵਾਲੇ ਪਾਸੇ ਨੂੰ ਤੁਰ ਪਈਏ। ਜਦੋਂ ਮਾਇਆ ਦੀ ਗੱਲ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਜਨਮ ਲੈ ਕੇ ਮਨੁੱਖ ਸੰਸਾਰ ਵਿੱਚ ਪ੍ਰਵੇਸ਼ ਕਰਦਿਆਂ ਹੀ ਆਪਣੇ ਪਰਮੇਸ਼ਰ ਨੂੰ ਭੁਲਾ ਕੇ ਸੰਸਾਰੀ ਬਣ ਜਾਂਦਾ ਹੈ। ਉਹ ਹੈ ਮਾਇਆ, ਜਿਹੜੀ ਚੀਜ਼ ਇਹਨੂੰ ਸੰਸਾਰੀ ਬਣਾ ਦਿੰਦੀ ਹੈ। ਉਹਨੂੰ ਗੁਰੂ ਅਮਰਦਾਸ ਕਹਿੰਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜੇ ਥਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਨੇ ਪ੍ਰਭੂ ਮਿਲਾਪ ਦੇ ਪਾਂਧੀ ਨੂੰ ਉਸ ਤਰੀਕੇ ਉਲਝਾ ਲਿਆ, ਸਾਰੀ ਜ਼ਿੰਦਗੀ ਉਦੋਂ ਉਲਝਣਾ ਨੂੰ ਸੁਲਝਾਉਂਦਾ ਹੀ ਰਹਿੰਦਾ ਹੈ। ਨਾ ਉਲਝਣਾ ਸੁਲਝਦੀਆਂ ਹਨ, ਉਹ ਗੁੰਝਲ ਪਈ ਹੋਈ ਖੁੱਲਦੀ ਨਹੀਂ, ਜਿਹੜੀ ਇਹਨੂੰ ਬਚਪਨ ਚ ਪੈ ਜਾਂਦੀ ਹੈ। ਸਾਰੀ ਜ਼ਿੰਦਗੀ ਇਹਦੀ ਗੁੰਝਣਾ ਖੁੱਲਣ ਤੇ ਲੱਗ ਜਾਂਦੀ ਹੈ। ਅਖੀਰ ਜੀਵਨ ਦਾ ਸਮਾਂ ਮੁੱਕਦਾ ਹੈ, ਮੁੱਲਤ ਪੁੰਦੀ ਹੈ, ਇੱਥੋਂ ਤੁਰ ਪੈਂਦਾ ਹੈ। ਪਰ ਇਹ ਮੁਸ਼ਕਿਲ ਹੱਲ ਨਹੀਂ ਹੋ ਸਕਦੀ। ਤੋ ਇਹਦੇ ਬਦਲੇ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਵਧੀਆ ਕਵਿਤਾ ਲਿਖੀ ਹੈ ਇਹਦੇ ਬਾਰੇ। ਮੈਂ ਉਹਦਾ ਬਹੁਤਾ ਜ਼ਿਕਰ ਨਾ ਕਰਾਂ, ਕੋਈ ਥੋੜੀ ਕਵਿਤਾ ਲੰਬੀ ਹੈ, ਜੇ ਕਰਾਂਗਾ ਤੇ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਮਾਇਆ ਖਰੀਦੀ ਦਿਲ ਦੇ ਬਦਲੇ, ਦਿਲ ਦੇ ਦੇ ਜਿੰਨੇ ਲੀਤੀ, ਵਤਨ ਵੰਝਣ ਦਾ ਵੇਲਾ ਆਇਆ, ਮਾਇਆ ਠੱਗੀ ਕੀਤੀ। ਬੜੀ ਸਿੱਖਿਆਦਾਇਕ ਕਵਿਤਾ ਹੈ, ਜਿਹਦੀਆਂ ਲਾਈਨਾਂ ਕੁਛ ਹਨ। ਪਸਰ ਗਈ ਇਹ ਵਤਨ ਆਪਣੇ ਨਾਲ ਨਹੀਂ ਹੁਣ ਤੁਰਸੀ, ਬੇਦਿਲ ਜਾਣਾ ਪਿਆ ਵਤਨ ਨੂੰ, ਭੱਠ ਸੁਦਾਗਰੀ ਕੀਤੀ। ਵਾਹ, ਕਾਹਦੀ ਸੁਦਾਗਰੀ ਕੀਤੀ! ਲਾਹਨਤ ਹੈ ਤੇਰੇ ਅਸੀਂ ਸੁਦਾਗਰੀ ਕਰਨ ਦੇ, ਜਿਹੜਾ ਤੂੰ ਇੱਥੇ ਆਪਣੇ ਵਤਨ ਵਿੱਚ ਖਾਲੀ ਹੀ ਤੈਨੂੰ ਜਾਣਾ ਪਿਆ। ਪੋਥੀ ਵਾਚੀ ਗਿਆਨ ਵੇਚਿਆ, ਦਿਲ ਦੀ ਵਿਕਰੀ ਕੀਤੀ, ਮਾਇਆ ਖਰੀਦੀ ਵੇਚ ਧਰਮ ਨੂੰ, ਜਿਉਂ ਮਿਲੀ ਸੋ ਲੀਤੀ। ਜਿਵੇਂ ਕਿਵੇਂ ਇਕੱਠੀ ਹੋਣੀ ਸੀ, ਕਰ ਨਾ ਯਤਨ ਕੀਤਾ, ਤੇ ਵੰਝਣ ਵੇਲੇ ਮਾਇਆ ਆਖੇ, ਮੈਂ ਨਿਜ ਵਤਨ ਨਾ ਛੋੜਾਂ, ਦਿਲ ਵਿਕਿਆ ਹੁਣ ਮੁਰਦਾ ਨਹੀਂ, ਭੱਠ ਸੁਦਾਗਰੀ ਕੀਤੀ। ਕਾਹਦੀ ਲਾਇਆ ਸ਼ਲਭ? ਭੱਠ ਦਾ ਮਤਲਬ ਲਾਹਨਤ ਹੈ। ਕੀ ਲਾਹਨਤ ਇਹੋ ਜਿਹੀ ਸੁਦਾਗਰੀ ਦੀ? ਤੋ ਮਾਇਆ ਦੇ ਜਿਹੜੀ ਜ਼ਿਕਰ ਭਗਤ ਕਬੀਰ ਜੀ ਨੇ ਵੀ ਕੀਤਾ, ਕਹਿੰਦੇ ਨੇ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਤੋ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਇਸ ਮਾਇਆ ਦੀਆਂ ਬਹੁਤ ਉਦਾਹਰਨਾਂ ਦਿੱਤੀਆਂ, ਜਿਹਦੀ ਅਸੀਂ ਵਿਚਾਰ ਅੱਗੇ ਆਲਰੇਡੀ ਕਰ ਚੁੱਕੇ। ਮੈਂ ਸਿਰਫ ਸ਼ੁਭ ਮਾਤਰ ਕਰ ਰਿਹਾ ਹਾਂ ਤਾਂ ਕਿ ਅਸੀਂ ਉਸ ਕੰਟਰੋਲ, ਉਹਦੇ ਅਖੀਰਲੇ ਪੱਖ ਦੇ ਉੱਤੇ ਪਹੁੰਚ ਜਾਈਏ। ਅਗਲਾ ਸੀ ਵਿਸ਼ੇ ਵਿਕਾਰ। ਜੇ ਕਿਤੇ ਜ਼ਿੰਦਗੀ ਦੀ ਅਸਲੀਅਤ ਨੂੰ ਥੋੜੀ ਜਿਹੀ ਸਮਝ ਆ ਲਈਏ, ਇਸ ਮਾਇਆ ਦੀ ਪਾਹੀ ਨੂੰ ਤੋੜ ਕੇ ਨਿਕਲਣ ਦੀ ਕੋਸ਼ਿਸ਼ ਵੀ ਕਰੀਏ, ਤਾਂ ਇਸ ਮਾਇਆ ਦੇ ਕੋਲ ਅਜਿਹੇ ਸਾਧਨ ਹਨ ਜਿਹੜੇ ਇਸ ਜੀਵ ਨੂੰ ਮਿੱਠੀ ਜਿਹੀ ਗੋਲੀ ਦੇ ਕੇ ਫਿਰ ਉਹਦੇ ਵਿੱਚ ਹੀ ਮੋੜ ਕੇ ਪਾ ਲੈਂਦੇ ਹਨ। ਸਵੇਰੇ ਬੰਦਾ ਸੋਚਦਾ ਹੈ, ਰਾਤ ਨੂੰ ਸੋਚ ਕੇ ਚਾਹੁੰਦਾ ਨਹੀਂ ਵੀ ਹੁਣ ਆਪਾਂ ਨਹੀਂ ਕਰਨਾ, ਪਰ ਸਵੇਰੇ ਇੱਕ ਐਸੀ ਮਿੱਠੀ ਗੋਲੀ ਮਿਲਦੀ ਹੈ ਬੰਦੇ ਨੂੰ, ਤੇ ਉਹ ਮਿੱਠੀ ਗੋਲੀ ਖਾਂਦਾ ਫਿਰ ਉਧਰੋਂ ਤੁਰ ਪੈਂਦਾ। ਇਹ ਹਾਲਾਤ ਸਾਡਾ ਵੀ ਹੈ, ਸਾਰਿਆਂ ਦਾ ਇਹੋ ਹੀ ਹਾਲਤ ਹੈ। ਅਸੀਂ ਕਈ ਵਾਰ ਰਾਤ ਨੂੰ ਸੋਚਦੇ ਯਾਰ ਕੀ ਫਾਇਦਾ ਇਹੋ ਜਿਹਾ ਕੰਮ ਕਰਨ ਦਾ, ਜਿਸ ਨੇ ਜ਼ਿੰਦਗੀ ਦਾ ਚੈਨ ਵੀ ਗਵਾ ਲਿਆ, ਜ਼ਿੰਦਗੀ ਦਾ ਮਨੋਰਥ ਵੀ ਗਵਾ ਲਿਆ। ਪਰ ਮਾਇਆ ਦੀ ਇੱਕ ਐਸੀ ਮਿੱਠੀ ਗੋਲੀ ਹੈ ਜਿਹੜੀ ਸਵੇਰੇ ਉੱਠਦਿਆਂ ਸਾਰ ਫਿਰ ਸਾਡੇ ਮੂੰਹ 'ਚ ਪੈਂਦੀ ਹੈ, ਤੇ ਫਿਰ ਅਸੀਂ ਸਾਰੀ ਜ਼ਿੰਦਗੀ ਉਧਰ ਹੋ ਕੇ ਹੀ ਤੁਰ ਪੈਂਦੇ ਹਾਂ। ਤੇ ਇਹ ਸਵੇਰ ਤੋਂ ਸ਼ਾਮ ਤੱਕ ਸਾਡਾ ਉਹ ਸਾਧਨਾਂ ਦੀ ਪੂਰਤੀ ਲਈ ਫਿਰ ਗੁਲਾਮੀ ਹੀ ਕਰੀ ਜਾਂਦੇ ਨੇ, ਉਹਦੀ ਗੁਲਾਮੀ ਕਰਦੇ ਹਾਂ। ਜਦੋਂ ਰਾਤ ਨੂੰ ਅਸੀਂ ਬੰਧਨ ਤੋੜਨ ਦੀ ਗੱਲ ਕੀਤੀ ਸੀ, ਉਹਨੂੰ ਕਿਹਾ ਜਾਲੀ ਰਹਿਣ, ਜਾਲ ਦਿਨ ਹੁਆ ਜੇਤੀ ਘੜੀ, ਪਾਹੀ ਤੇਤੀ, ਰਸ ਚੁਗੇ ਨਿਤ ਪਾਸੇ, ਛੂਟ ਸਮੂੜੇ ਕਵਨ ਗੁਣੀ। ਉਹਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਹੈ। ਗੁਰੂ ਨਾਨਕ ਸਾਹਿਬ ਦੇ ਬੋਲ ਹਨ, ਦੱਸ ਕਿਵੇਂ ਛੁੱਟੇਗਾ,
ਰਾਤ ਛੋਟੀ ਜਿਹੀ ਜਾਲੀ ਬਣ ਗਈ ਤੇ ਦਿਨ ਵੱਡਾ ਸਾਰਾ ਜਾਲ ਬਣ ਕੇ ਉੱਤੇ ਤੇਰੇ ਸੁੱਟ ਦਿੱਤਾ ਤੇ ਜਾਲੀ ਰਹਿਣ ਜਾਲ ਦਿਨ ਹੋਆ ਜੇਤੀ ਘੜੀ। ਉਹ ਮੈਂ ਬਾਕੀ ਗੱਲ ਤਾਂ ਛੱਡ, ਜੀਵਨ ਦੀ ਹਰ ਘੜੀ ਫਾਹੀ ਤੇਰੇ ਗਲ ਵਿੱਚ ਪੈ ਗਈ। ਉਸ ਮਿੱਠੀ ਗੋਲੀ ਨੇ ਜੀਵਨ ਦੀ ਹਰ ਘੜੀ ਵਿੱਚ ਫਾਹੀ ਤੇਰੇ ਗਲ ਵਿੱਚ ਪਾ ਲਈ ਤੇ ਤੂੰ ਹੁਣ ਜਾਏਗਾ ਕਿੱਥੇ? ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਜਾਣਾ ਤੂੰ ਕਿੱਥੇ ਹੈ, ਇਹ ਤਾਂ ਵਿਖੇ ਹੀ ਦਿਨ ਰਹਿਣ ਇਵ ਹੀ ਗੁਜ਼ਾਰਾ। ਇਹ ਤਾਂ ਤੂੰ ਵਿਖਿਆ ਵਿੱਚ ਫਸਿਆ ਹੋਇਆ, ਦਿਨ ਰਾਤ ਤੇਰਾ ਏਦਾਂ ਹੀ ਗੁਜ਼ਰ ਜਾਂਦਾ ਹੈ। ਗੋਬਿੰਦ ਨਾ ਭਜੇ ਅੰਗ ਬੁੱਧ ਮਾਤਾ, ਜਨਮ ਜੂਏ ਜਿਉ ਹਾਰੇ। ਕਿ ਜੂਏ ਦੇ ਵਿੱਚ ਜਨਮ ਹਾਰ ਕੇ ਤੁਰ ਪਏਗਾ। ਤੀਜਾ ਸੀ ਪਰਿਵਾਰਕ ਮੋਹ ਮਮਤਾ। ਪਰਮੇਸ਼ਰ ਦੀ ਪ੍ਰਾਪਤੀ ਲਈ ਜਾਂ ਇਹਨਾਂ ਸੰਸਾਰੀ ਜੀਵਨ ਦੇ ਕਾਫਲੇ ਵਿੱਚ ਅਨੇਕਾਂ ਐਸੇ ਵੀ ਹੁੰਦੇ ਹਨ ਜਿਨ੍ਹਾਂ ਨੇ ਪਰਿਵਾਰਕ ਸਾਂਝਾਂ ਅਜਿਹੀਆਂ ਪੱਕੀਆਂ ਕਰ ਲਈਆਂ ਨੇ ਕਿ ਪਰਿਵਾਰਕ ਪਰਵਿਸ਼ ਨੂੰ ਹੀ ਜ਼ਿੰਦਗੀ ਦਾ ਅਸਲ ਮਨੋਰਥ ਸਮਝ ਕੇ, ਅਸਲ ਮੁਕਾਮ ਸਮਝ ਕੇ ਅਵੇਸਲੇ ਹੋ ਕੇ ਅਗਲੇਰਾ ਰਸਤਾ ਤੈਅ ਕਰਨ ਦੀ ਬਜਾਏ ਉੱਥੇ ਹੀ ਡੇਰਾ ਲਾ ਕੇ ਬੈਠ ਜਾਂਦੇ। ਇਹ ਹੈ ਪਰਿਵਾਰਕ ਮੋਹ। ਗੁਰੂ ਸਾਹਿਬ ਨੇ ਪਰਿਵਾਰ ਤਿਆਗਣ ਦੀ ਗੱਲ ਨਹੀਂ ਕੀਤੀ, ਪਰਿਵਾਰ ਦਾ ਮੋਹ ਤਿਆਗਣ ਦੀ ਗੱਲ ਕੀਤੀ। ਪਰਿਵਾਰ ਦੇ ਮੋਹ ਤੋਂ ਉੱਤੇ ਉੱਠ ਕੇ ਇਹ ਗੱਲ ਗੁਰੂ ਸਾਹਿਬ ਜੀ ਨੇ ਆਪ ਕਰਕੇ ਦਿਖਾਈ ਹੈ। ਜੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਬੱਚੇ ਛੋਟੇ ਸਨ, ਉਹਨਾਂ ਦੀ ਪਤਨੀ ਵੀ ਸੀ, ਪਰਿਵਾਰ ਦਾ ਮੋਹ ਤਿਆਗਿਆ ਸੀ। ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਰਕੇ ਦਿਖਾਈ ਹੈ। ਚਾਰੇ ਲਾਲ ਕੁਰਬਾਨ ਕਰਕੇ ਵੀ ਕਦੀ ਸੀਨ ਆਫ ਨਹੀਂ ਕੀਤੀ, ਕਰਕੇ ਦੱਸੀਆਂ ਸਾਰੀਆਂ। ਪਰਿਵਾਰ ਦੇ ਮੋਹ ਚੋਂ ਨਿਰਮੋਹ ਹੋ ਕੇ ਕਿਵੇਂ ਰੱਖਣਾ ਹੈ। ਪਰਿਵਾਰ ਨਹੀਂ, ਪਰਿਵਾਰ ਉਹਨਾਂ ਨੇ ਬਣਾਇਆ, ਸਭ ਕੁਝ ਕੀਤਾ, ਲੇਕਿਨ ਜੇ ਪਰਿਵਾਰ ਦਾ ਵਿਛੋੜਾ ਹੋਇਆ ਤੇ ਇੱਕ ਵਾਰੀ ਵੀ ਕਰਤੇ ਨੂੰ ਉਲਾਮਾ ਨਹੀਂ ਦਿੱਤਾ, ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿਉਂ ਹੋ ਗਿਆ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਪਰਿਵਾਰ ਦੇ ਮੋਹ ਦੇ ਵਿੱਚ ਬੰਧਨ ਬੰਦ ਹਨ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਪਰਿਵਾਰ ਦੇ ਮੋਹ ਤੋਂ ਹਟਾ ਕੇ ਫਿਰ ਸਮਝਾਇਆ ਵੀ ਸਤਿਗੁਰੂ ਜੀ ਦੇ ਕਈ ਵਾਰੀ ਅਸੀਂ ਬਚਨ ਸੁਣਦੇ ਹਾਂ, ਆਨੰਦ ਸਾਹਿਬ ਦੀ ਬਾਣੀ ਦੇ ਬੋਲ ਸੱਚਮੁੱਚ ਸਾਨੂੰ ਖੜਕਾ ਖੜਕਾ ਕੇ ਕਈ ਵਾਰੀ ਸਾਨੂੰ ਸੁਨੇਹਾ ਦਿੰਦੇ ਨੇ, ਰੋਜ਼ ਹੀ ਦਿੰਦੇ ਨੇ। ਜੇ ਅਸੀਂ ਰੋਜ਼ ਪਾਠ ਕਰਦੇ ਹੋਈਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇੱਕ ਟੰਬ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ, ਸਾਹ ਤੇਰੇ ਚਲੇ ਨਹੀਂ ਤਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਪ੍ਰਕਾਰ ਕੀ ਸਤਿਗੁਰੂ ਕਾ ਉਪਦੇਸ਼ ਸੁਨ ਤੂੰ, ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾ ਰਹੀ, ਜੀਵਨ ਦਾ ਮਨੋਰਥ ਇਹ ਦੱਸਿਆ ਹੈ। ਚੌਥਾ ਸੀ ਲੋਕ ਇਲਾਜ ਦੀ ਗੱਲ ਆਪਾਂ ਕੀਤੀ ਸੀ। ਦੀਨ ਤੇ ਦੁਨੀਆ ਦੀਆਂ ਜਿਹੀਆਂ ਦੋ ਵੱਖਰੀਆਂ ਚੀਜ਼ਾਂ ਹਨ ਕਿ ਇੱਕ ਵਕਤ ਇੱਕ ਹੀ ਮਨੁੱਖ ਦੀ ਝੋਲੀ 'ਚ ਪੈ ਸਕਦੀ ਹੈ। ਵੀ ਜਾਂ ਧਰਮ ਕਮਾ ਲਓ ਜਾਂ ਦੁਨੀਆ ਦੀ ਲਾਜ ਗਵਾ ਲਓ। ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ। ਇਹ ਤਾਂ ਸੰਸਾਰ ਤੇ ਭਗਤਾਂ ਦਾ ਜੋੜ ਏਦਾਂ ਬਣਦਾ ਹੀ ਨਹੀਂ। ਇਹੋ ਹੀ ਗੱਲ ਹੈ ਨਾ, ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿਉਂਕਿ ਸੰਸਾਰੀ ਦੋਨੇ ਵਸਤਾਂ ਨੂੰ ਇਕੱਠੀਆਂ ਰੱਖ ਕੇ ਆਪਣੀ ਝੋਲੀ ਵਿੱਚ ਪਾਉਣਾ ਚਾਹੁੰਦਾ ਹੈ, ਜਦਕਿ ਸੰਭਵ ਨਹੀਂ ਹੈ ਗੱਲ। ਤੇ ਨਿਰੰਕਾਰੀ ਧਰਮ ਨੂੰ ਆਪਣੀ ਝੋਲੀ ਵਿੱਚ ਪਾਉਣਾ ਚਾਹੁੰਦਾ ਹੈ, ਜਿਹੜਾ ਨਿਰੰਕਾਰ ਦੇ ਦੇਸ਼ ਵੱਲ ਜਾਣ ਦੀਆਂ ਗੱਲਾਂ ਕਰਦਾ ਹੈ। ਦੁਨੀ ਨਾਲ ਜੁੜ ਜਾਣ ਵਾਲਾ ਦੁਨੀ ਨੂੰ ਤਾਂ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਦੀਨ ਪੱਖੋਂ ਆਪਣੀ ਝੋਲੀ ਖਾਲੀ ਕਰ ਲੈਂਦਾ ਹੈ। ਦੀਨ ਪੱਖੋਂ ਝੋਲੀ ਕਰ ਲੈਂਦਾ, ਦੁਨੀਆ ਨਾਲ ਜੁੜ ਕੇ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਆਪਣੇ ਪੈਰ ਆਪ ਵੱਢ ਲਏ, ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਲਿਆ। ਦੁਨੀਆ ਦੀ ਖਾਤਰ ਦੀਨ ਨੂੰ ਵੀ ਗਵਾ ਦਿੱਤਾ। ਭਗਤਾਂ ਸੰਸਾਰੀਆਂ ਦਾ ਜੋੜ ਕਦੀ ਬਣਨਾ ਨਹੀਂ ਸੀ। ਭਗਤਾਂ ਨੇ ਤਾਂ ਸੰਸਾਰਕ ਲੀਹਾਂ ਛੱਡ ਕੇ ਨਿਰਾਲੀ ਚਾਲ ਚੱਲਣੀ ਸੀ, ਕਿਉਂਕਿ ਭਗਤਾਂ ਦੀ ਚਾਲ ਨਿਰਾਲੀ ਹੈ। ਗੁਰੂ ਪਾਤਸ਼ਾਹ ਆਨੰਦ ਸਾਹਿਬ ਦਾ ਆਪਾਂ ਪਿੱਛੇ ਸਾਰਾ ਜ਼ਿਕਰ ਕੀਤਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲਾ ਭਗਤਾਂ ਕਰੀ ਵਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਇਹ ਤਾਂ ਖੰਜੋ ਦੁਖੀ ਵਾਲੋ ਨਿੱਕੀ ਦਾ ਮਾਰਗ ਹੈ। ਉਹਨਾਂ ਨੇ ਆਪਣਾ ਕੰਮ ਕਰਨਾ ਸੀ। ਭਗਤਾਂ ਨੇ ਤਾਂ ਸੰਸਾਰੀ ਲੀਹਾਂ ਤੋਂ ਛੱਡ ਕੇ ਇੱਕ ਨਿਰਾਲੀਆਂ ਲੀਹਾਂ ਦੇ ਉੱਤੇ ਤੁਰਨਾ ਹੁੰਦਾ ਹੈ। ਪਰ ਨਿਰਾਲੀ ਚਾਲ ਸੰਸਾਰ ਨੂੰ ਕਦੇ ਪਸੰਦ ਨਹੀਂ ਆਉਂਦੀ, ਸੰਸਾਰੀਆਂ ਨੂੰ ਕਦੇ ਨਿਰਾਲੀ ਚਾਲ ਨਹੀਂ ਪਸੰਦ ਆਉਂਦੀ। ਇਸ ਕਰਕੇ ਬਹੁਤੀ ਵਾਰੀ ਸੰਸਾਰੀ ਲੋਕਾਂ ਨੇ ਪ੍ਰਭੂ ਪਿਆਰਿਆਂ ਨੂੰ ਫਾਂਸੀ ਤੇ ਵੀ ਚੜਾ ਦਿੱਤਾ। ਤੇ ਸੰਸਾਰੀ ਲੋਕਾਂ ਨੇ ਰੱਬ ਨਾਲ ਪਿਆਰ ਕਰਨ ਵਾਲਿਆਂ ਨੂੰ ਫਾਂਸੀ ਤੇ ਚੜਾ ਦਿੱਤਾ, ਤੱਤੀਆਂ ਤਵੀਆਂ ਦੇ ਉੱਤੇ ਬਿਠਾ ਦਿੱਤਾ, ਦੇਗਾਂ ਵਿੱਚ ਉਬਾਲ ਦਿੱਤਾ, ਬੰਦ ਕਰ ਦਿੱਤੇ, ਇਹਨਾਂ ਦੀਆਂ ਖੋਪੜੀਆਂ ਲਾ ਦਿੱਤੀਆਂ, ਕਿਉਂਕਿ ਉਹ ਸੰਸਾਰੀ ਲੋਕ ਸਨ। ਉਹਨਾਂ ਦਾ ਨਿਰੰਕਾਰ ਨਾਲ ਵਾਸਾ ਹੀ ਨਹੀਂ ਸੀ। ਜਿਹੜੇ ਨਿਰੰਕਾਰ ਨੂੰ ਮੰਨਣ ਵਾਲੇ ਸਨ, ਉਹਨਾਂ ਨੇ ਉਹਨੂੰ ਤਰਜੀਹ ਦਿੱਤੀ। ਉਹਨਾਂ ਨੇ ਦੀਨ ਨਹੀਂ ਗਵਾਇਆ, ਦੁਨੀ ਛੱਡ ਦਿੱਤੀ। ਜਿਹੜੇ ਦੁਨੀਆਦਾਰ ਹਨ, ਉਹ ਦੀਨ ਨੂੰ ਨੇੜੇ ਤੇੜੇ ਵੀ ਨਹੀਂ ਆਉਣ ਦਿੰਦੇ। ਉੱਥੇ ਤਾਂ ਦੁਨੀਆ ਦੀ ਹਰ ਗੱਲ ਚੱਲਦੀ ਹੈ।
ਤੋ ਇੱਥੇ ਰੱਬ ਨਾਲ ਇੱਕ ਮਿਕ ਹੋਣ ਦੀ ਗੱਲ ਗੁਰੂ ਪਾਤਸ਼ਾਹ ਨੇ ਦੱਸ ਦਿੱਤਾ। ਪਰ ਸਤਿਗੁਰੂ ਭਗਤ ਕਬੀਰ ਜੀ ਦੇ ਸ਼ਲੋਕਾਂ 'ਚ ਬੜੀ ਕਮਾਲ ਦੀ ਗੱਲ ਆਉਂਦੀ ਹੈ ਵੀ ਦੁਨੀਆ ਨੇ ਨਾਲ ਜਾਣਾ ਨਹੀਂ, ਉਹ ਭਾਈ ਆਪਣੇ ਗਾਫਲ ਆਪਣੇ ਕੁਹਾੜਾ ਨਾ ਮਾਰ। ਤੇ ਫਿਰ ਅੱਗੇ ਜਾ ਕੇ ਲਿਖਦੇ ਨੇ, ਕਬੀਰ ਡੁੱਬੋਗੇ ਤੇ ਤੇਰੇ ਵਾਪਰੇ ਉਹ ਲੋਗਨ ਕੀ ਕਾਨ। ਉਹ ਲੋਕਾਂ ਦੀ ਮਸਾਜੀ ਕਰਨ ਵਾਲੇ, ਮੈਂ ਤੈਨੂੰ ਅੱਜ ਵੀ ਕਹਿੰਦਾ ਡੁੱਬ ਜਾਏਗਾ ਲੋਕਾਂ ਦੀ ਲੋਕ ਔਲਾਦ ਦੀ ਖਾਤਰ ਜ਼ਿੰਦਗੀ ਜਿਉਣ ਵਾਲੇ। ਸਮਝ ਲਈ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਜਿਹੜਾ ਗੁਆਂਢੀ ਦੇ ਘਰ ਭਾਣਾ ਵਰਤਿਆ ਤੇਰੇ ਵੀ ਵਰਤਣਾ, ਤੇ ਲੋਕ ਔਲਾਦ ਛੱਡ ਕੇ ਹੁਣ ਤਾਂ ਸਮਝ ਲੈ। ਕਬੀਰ ਦੁਨੀਆ ਕੇ ਦੇਖੇ ਦੋਖੇ ਮੁਆ ਚਾਲਤ ਕੁਲ ਕੀ ਕਾਰ। ਵਾਹ ਤਬ ਕੁਲ ਕਿਸ ਕੀ ਰਾਸੀ ਜਬ ਲੈ ਧਰੇ ਮਸਾਨ। ਦੱਸ ਫਿਰ ਕੀ ਹੋਏਗਾ ਜਦੋਂ ਮਸਾਨ ਚ ਲਿਆ ਕੇ ਤੈਨੂੰ ਰੱਖ ਦਿੱਤਾ। ਅੱਗੇ ਮਨ ਦੀ ਮਤ ਨੇ ਬਹੁਤ ਸਾਰੇ ਪਰਮਾਰਥੀ ਰਾਹੀਆਂ ਨੂੰ ਭਟਕਾ ਲਿਆ। ਮਨ ਇਤਨਾ ਚਲਾਕ ਹੈ ਕਿ ਸਾਰੀ ਜ਼ਿੰਦਗੀ ਲਾਰਿਆਂ ਵਿੱਚ ਹੀ ਜੀਵ ਨੂੰ ਲਾਈ ਰੱਖਦਾ। ਮਨ ਇੰਨਾ ਚਲਾਕ ਹੈ, ਸਾਰੀ ਜ਼ਿੰਦਗੀ ਲਾਰਿਆਂ 'ਚ ਲਾਈ ਰਹੇਗਾ। ਕਿਤੇ ਜ਼ਬਰਦਸਤੀ ਜੀਵ ਵਿਚਾਰਾ ਰੱਬ ਦੀ ਗੱਲ ਕਰਨ ਵੀ ਲੱਗੇ, ਕਰਨ ਲੱਗ ਵੀ ਜਾਵੇ ਤਾਂ ਖਿਰ ਮਾਤਰ ਉਹਨੂੰ ਆਨੰਦ ਲੈਣ ਹੀ ਨਹੀਂ ਦਿੰਦਾ, ਟਿਕਣ ਦਿੰਦਾ ਹੀ ਨਹੀਂ। ਇਹ ਮਨ ਏਡਾ ਤੇਜ਼, ਏਡਾ ਚਲਾਕ ਹੈ। ਅਜਿਹੀਆਂ ਦਲੀਲਾਂ 'ਚ ਫਸਾ ਲੈਂਦਾ ਕਿ ਧਿਆਨ ਪ੍ਰਭੂ ਦੀ ਨਾਮ ਵਿੱਚ ਜੁੜਨ ਦੀ ਥਾਂ ਸੰਸਾਰੀ ਧੰਦਿਆਂ ਦੇ ਵਿੱਚ ਹੀ ਫਸਾ ਲੈਂਦਾ। ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਇੱਕ ਕਵਿਤ ਵਿੱਚ ਵਿਚਾਰ ਦਿੱਤੀ ਹੈ। 234 ਨੰਬਰ ਕਵਿਤ ਹੈ ਭਾਈ ਗੁਰਦਾਸ ਜੀ ਦਾ। ਜੈਸੋ ਮਨ ਲਾਗਤ ਹੈ ਲੇਖਕ ਕੇ ਲੇਖੇ ਵਿਖੇ, ਹਰ ਜਸ ਲਿਖਤ ਨਾ ਤੈਸੇ ਠਹਿਰਾ ਬਹੀ। ਬੜੀ ਚਾਰੇ ਪੰਕਤੀਆਂ ਕਵਿਤ ਦੀਆਂ ਹਨ ਤੇ ਬੜੇ ਕਮਾਲ ਦੇ ਉਹਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਹੈ। ਤੋਂ ਅੱਗੇ ਹੈਗਾ ਸੀ ਰਿੱਧੀਆਂ ਸਿੱਧੀਆਂ। ਇਹ ਐਸੇ ਜੀਵ ਹਨ ਜਿਹੜੇ ਬਹੁਤੀਆਂ ਬੰਦਸ਼ਾਂ ਦੀਆਂ ਜੰਜੀਰਾਂ ਤੋੜ ਕੇ ਰੱਬੀ ਰਾਹ ਦੀ ਚੋਣ ਤਾਂ ਕਰ ਲੈਂਦੇ ਆ, ਪਰ ਜੀਵਨ ਅੰਦਰ ਸਫਲਤਾ ਵੀ ਕੁਛ ਪਾ ਲੈਂਦੇ ਨੇ। ਪਰ ਰਿੱਧੀਆਂ ਸਿੱਧੀਆਂ ਦੀ ਚਿੱਕੜ ਦੀ ਨਦੀ ਵਿੱਚ ਹੀ ਜਾ ਕੇ ਡਿੱਗ ਪੈਂਦੇ ਹਨ, ਉਹਦੇ ਚਿੱਕੜ ਵਿੱਚ ਹੀ ਫਸ ਜਾਂਦੇ। ਤਾਕਤ ਆ ਗਈ, ਮੂੰਹ ਬੋਲੇ ਹੋ ਬੋਲ, ਕਹਿੰਦੇ ਨੇ ਉਹਦੀ ਜ਼ੁਬਾਨ ਤੇ ਸੱਚ ਆ, ਉਹਦੇ ਕੋਲੋਂ ਗੱਲ ਸੁਣ ਲਈਏ। ਇਹ ਰਿੱਧ ਸਿੱਧ ਦੀ ਤਾਕਤ ਜਿਹੜੀ ਆ ਗਈ, ਇੱਥੇ ਆ ਕੇ ਖੜੇ ਹੋ ਗਏ। ਪਰ ਰਿੱਧ ਸਿੱਧ ਅਵਰਾ ਸਾਧ, ਇਹ ਤਾਂ 9 ਰਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ ਵਾਲੀ ਗੱਲ ਨੂੰ ਸਮਝਣ ਦੀ ਲੋੜ ਹੁੰਦੀ ਹੈ। ਪਰ ਇਹ ਦੁਨੀਆ ਦੀ ਮਾਨ ਵਡਿਆਈ ਉਹਨੂੰ ਇਸ ਚਿੱਕੜ ਦੇ ਵਿੱਚੋਂ ਨਿਕਲਣ ਹੀ ਨਹੀਂ ਦਿੰਦੀ, ਇੱਥੇ ਹੀ ਫਸਿਆ ਰਹਿੰਦਾ ਹੈ। ਇੱਥੇ ਕਰਕੇ ਜੀਵਨ ਦੀ ਬਾਜੀ ਇਹ ਹਾਰ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਵੀ ਰਿੱਧ ਸਿੱਧ ਦੇ ਚਿੱਕੜ ਵਿੱਚ ਫਸਿਆ, ਨਾਮ ਦਾ ਵਾਸਾ ਨਹੀਂ ਹੁੰਦਾ। ਫਿਰ ਹੈ ਪਖੰਡ ਜੋ ਕਰਮ ਕਾਂਡ, ਇਹ ਅਜਿਹੀ ਖਤਰਨਾਕ ਬਿਮਾਰੀ ਹੈ, ਇੱਕ ਐਸੀ ਖਤਰਨਾਕ ਬਿਮਾਰੀ ਹੈ ਜਿਹੜੀ ਜ਼ਿੰਦਗੀ ਭਰ ਮਨੁੱਖ ਦੇ ਨਾਮ ਨੂੰ ਆਪਣੇ ਪਖੰਡਾਂ ਵਿੱਚ ਹੀ ਉਲਝਾਈ ਰੱਖਦੀ, ਤੋਰੀ ਰੱਖਦੀ। ਕਰਮ ਵੀ ਬੜੇ ਕਰਾਉਂਦੀ ਹੈ, ਧਰਮ ਦੇ ਨਾਂ ਦੇ ਉੱਤੇ ਹੀ ਕਰਾਉਂਦੀ ਹੈ, ਪਰ ਪਹੁੰਚਣ ਕਿਤੇ ਨਹੀਂ ਦਿੰਦੀ। ਕਰਮ ਕਰਾਉਂਦੀ ਹੈ ਪਰ ਪਹੁੰਚਣ ਕਿਤੇ ਨਹੀਂ ਦਿੰਦੀ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ, ਕਰਮ ਧਰਮ ਪਖੰਡ ਜੋ ਦੀਸੇ ਤਿਨ ਜਮ ਜਗਾਤੀ ਲੂਟੇ, ਨਿਰਵਾਨ ਕੀਰਤਨ ਗਾਵੋ ਕਰਤੇ ਘਰ ਨਿਮਕ ਸਿਮਰਤ ਜਿਤ ਛੂਟੇ, ਸੰਤੋਖ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ। ਉਹ ਬਾਣੀ ਇਹ ਗੱਲ ਕਹਿੰਦੀ ਹੈ, ਪਰ ਇੱਥੇ ਕਿੱਥੇ ਹੈ? ਇੱਥੇ ਜਪ ਤਪ ਰਿੱਧੀਆਂ ਦੁਨੀਆ ਦੀਆਂ ਵਡਿਆਈਆਂ, ਕਰਮ ਕਾਂਡ, ਪਤਾ ਨਹੀਂ ਕਿੰਨੇ ਦੁਨੀਆ ਦੇ ਕਰਮ ਕਾਂਡ ਹਨ ਜਿਹੜੇ ਅਸੀਂ ਕਰ ਕਰਕੇ ਇਸ ਪਰਮਾਰਥ ਦੇ ਮਾਰਗ ਦੇ ਉੱਤੇ ਤੁਰਨਾ ਚਾਹੁੰਦੇ ਹਾਂ। ਤੇ ਅਸੀਂ ਆਪਣੇ ਆਪ ਨੂੰ ਉਸ ਪਾਸੇ ਨੂੰ ਤੋਰ ਕੇ ਉਸ ਪਾਸੇ ਨੂੰ ਤੋਰਨਾ ਚਾਹੁੰਦੇ ਹਾਂ। ਇਹ ਕਹਿ ਲਈਏ ਯਾਤਰਾ ਸ਼ੁਰੂ ਕਰਕੇ ਅਨੇਕਾਂ ਤਰ੍ਹਾਂ ਦੇ ਪੜਾਵਾਂ ਤੇ ਜੀਵ ਰੋਕ ਕੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਗੀ ਦਾ ਸਰਮਾਇਆ ਇੱਥੇ ਖਤਮ ਕਰਕੇ ਅਧੂਰੇ ਦੇ ਅਧੂਰੇ ਹੀ ਰਹਿ ਜਾਂਦੇ ਹਨ, ਕਦੀ ਪੂਰੇ ਨਹੀਂ ਹੁੰਦੇ। ਅਧੂਰੇ ਹੀ ਸੰਸਾਰ ਤੋਂ ਤੁਰ ਜਾਂਦੇ ਹਨ। ਯਾਤਰਾ ਉਸ ਦੀ ਪੂਰੀ ਹੁੰਦੀ ਹੈ ਜਿਸ ਨੇ ਸ਼ੁਰੂ ਕੀਤੀ ਸੀ, ਸ਼ਾਮ ਪੈਣ ਤੋਂ ਪਹਿਲਾਂ ਉਸ ਮੰਜ਼ਿਲ ਦੇ ਉੱਤੇ ਪਹੁੰਚ ਜਾਵੇ। ਯਾਤਰਾ ਉਸ ਦੀ ਸਫਲ ਹੁੰਦੀ ਹੈ। ਪੂਰੀ ਯਾਤਰਾ ਹੀ ਸਫਲ ਯਾਤਰਾ ਹੁੰਦੀ ਹੈ। ਜੀਵ ਜਿਹੜਾ ਰੱਬ ਤੋਂ ਵਿਛੜ ਕੇ ਭਟਕਦਾ ਹੋਇਆ ਮਨੁੱਖਾ ਜਨਮ ਤੱਕ ਪਹੁੰਚਿਆ ਸੀ, ਫਿਰ ਇੱਥੋਂ ਗੁਰੂ ਜੀ ਨੂੰ ਨਾਲ ਲੈ ਕੇ ਪਰਮੇਸ਼ਰ ਦੇ ਘਰ ਵੱਲ ਨੂੰ ਤੁਰਿਆ ਸੀ। ਤੇ ਰਸਤੇ ਵਿੱਚ ਅਨੇਕਾਂ ਔਕੜਾਂ ਮੁਸ਼ਕਲਾਂ ਨੂੰ ਸਤਿਗੁਰੂ ਜੀ ਦੇ ਸੰਗ ਜਾਣ ਕੇ, ਸਾਥੀ ਜਾਣ ਕੇ ਹੱਲ ਕਰਨ ਦੇ ਕਰਦਾ ਫਿਰ ਇਹ ਜਾ ਪਹੁੰਚਿਆ ਆਪਣੀ ਮੰਜ਼ਿਲ ਦੇ ਉੱਤੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ, ਸਰਬ ਸੁਖਾ ਨਿਧ ਚਰਨ ਹਰ, ਭਉ ਜਲ ਵਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ, ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ,
ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ। ਇਹ ਅਸੀਂ 12 ਮਾਹ ਦੇ ਵਿੱਚ ਅਸੀਂ ਪੜ੍ਹਦੇ ਹਾਂ, ਮਾਝ ਰਾਗ ਦੇ ਜੋ 12 ਮਾਹ ਹਨ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਪਰਮੇਸ਼ਰ ਕਿਰਪਾ ਕਰਕੇ ਹਰ ਮਨੁੱਖੀ ਚੋਲਾ ਪਹਿਨ ਕੇ ਆਈ ਆਤਮਾ ਨੂੰ ਸੱਚਾ ਪ੍ਰਭੂ ਮਿਲਾ ਦੇਣ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਸਤਿਗੁਰੂ ਨਾਲ ਮਿਲਾ ਦਿੰਦਾ ਹੈ। ਜਿਹਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲੈ ਲਈ, ਉਹਦੇ ਕੋਲ ਹੋਰ ਕੁਝ ਵੀ ਕਮੀ ਨਹੀਂ ਰਹਿਣੀ। ਖਿਆਲ ਕਰਨਾ, ਜ਼ਿੰਦਗੀ ਦੀ ਹਰ ਔਕੜ, ਜੀਵਨ ਦਾ ਹਰ ਰਸਤੇ ਵਿੱਚ ਆਈ ਹੋਈ ਮੁਸ਼ਕਲ ਜਦੋਂ ਗੁਰੂ ਨਾਲ ਗੱਲ ਕਰਾਂਗੇ ਉਹ ਆਪਣੇ ਆਪ ਹੱਲ ਹੁੰਦੀ ਨਜ਼ਰ ਆ ਜਾਏ। ਪਤਾ ਲੱਗ ਜਾਏਗਾ ਅਵਰਾ ਸਾਧ ਕੀ ਹੈ, ਤਤ ਕੀ ਹੈ। ਜਿਹੜੀ ਜੀਵ ਜਿਹਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਵਿੱਚ ਲੱਗ ਜਾਂਦਾ ਹੈ, ਇੱਕ ਐਸਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ, ਝੋਲੀ ਵਿੱਚ ਪਾਇਆ, ਜਿਹੜਾ ਯਾਤਰਾ ਪੂਰੀ ਕਰ ਸਕੇ। ਮਨੁੱਖ ਜਨਮ ਮਰਨ ਦੀ ਭਟਕਣਾ ਤੋਂ ਮੁਕਤ ਹੋ ਕੇ ਸੱਚਮੁੱਚ ਨਿਰੰਕਾਰ ਦਾ ਰੂਪ ਹੀ ਬਣ ਸਕੇ। ਅਜਿਹਾ ਤਦ ਹੋ ਸਕਦਾ ਹੈ, ਇਹ ਤਾਂ ਹੀ ਸੰਭਵ ਹੈ ਜੇ ਮੇਹਰਾਂ ਦਾ ਸਾਈਂ ਆਪਣੀ ਮਿਹਰ ਕਰਕੇ ਇਸ ਵਿਛੜੀ ਜੀਵ ਆਤਮਾ ਨੂੰ ਪ੍ਰੇਮ ਅਤੇ ਨਾਮ ਦੇ ਰੰਗ ਵਿੱਚ ਰੰਗ ਲਵੇ। ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਹਨ, ਪ੍ਰੇਮ ਤੇ ਨਾਮ ਦੇ ਰੰਗ ਵਿੱਚ ਰੰਗ। ਫਿਰ ਬੇਨਤੀ ਕਰਦਾ, ਜਿਸ ਗੁਰੂ ਆਪ ਕਿਰਪਾ ਕਰਕੇ ਬਖਸ਼ਿਸ਼ ਦਾ ਹੱਥ ਰੱਖ ਕੇ ਵਿਛੜੀ ਹੋਈ ਜੀਵ ਆਤਮਾ ਨੂੰ ਪ੍ਰੇਮ ਤੇ ਨਾਮ ਦੇ ਰੂਪ ਦੇ ਉੱਤੇ ਰੰਗ ਰਲੇ। ਇਹ ਸਭ ਤੋਂ ਜ਼ਰੂਰੀ ਨੁਕਤਾ ਹੈ ਸਾਡੇ ਜੀਵਨ ਦਾ। ਨਾਮ ਵਿੱਚ ਐਸੀ ਤਾਕਤ ਹੈ, ਜਿਹੜਾ ਸ਼ਲੋਕ ਸੰਸਕ੍ਰਿਤੀ ਦੇ ਕਿਤੇ ਬਚਨ ਵਿਚਾਰ ਕੇ ਅਸੀਂ ਦੇਖੀਏ ਤਾਂ ਉਹਦੇ ਵਿੱਚੋਂ ਬੜੀ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਨਾਮ ਦੀ ਤਾਕਤ ਦੀ ਗੱਲ ਕੀਤੀ ਹੈ। ਤੇ ਇਹ ਐਸੀ ਤਾਕਤ ਹੈ ਜਿਹੜੇ ਕੀਤੇ ਹੋਏ ਸਾਰੇ ਹੀ ਯੋਗਨਾਂ ਨੂੰ ਵੀ ਸਾੜ ਕੇ ਸੁਆਹ ਕਰ ਦਿੰਦੀ ਹੈ, ਸਾੜ ਕੇ ਸਾਨੂੰ ਰਾਹ ਕਰ ਦਿੰਦੀ ਹੈ। ਇਹ ਜਦੋਂ ਜੀਵਨ ਦੀ ਯਾਤਰਾ ਉਹਨਾਂ ਦੀ ਸਫਲ ਹੈ, ਜਿਨ੍ਹਾਂ ਨੇ ਗੁਰੂ ਦਾ ਦਰ, ਪਰਮੇਸ਼ਰ ਦੀ ਸ਼ਰਨ, ਬਖਸ਼ਿਸ਼ ਦਾ ਪਾਤਰ ਬਣਨ ਲਈ ਨਾਮ ਤੇ ਪ੍ਰੇਮ ਨਾਲ ਆਪਣੇ ਜੀਵਨ ਨੂੰ ਰੰਗ ਲਿਆ ਹੈ। ਬਸ ਨਾਮ ਤੇ ਪ੍ਰੇਮ ਨੂੰ ਨਾਲ ਜੀਵਨ ਨੂੰ ਰੰਗਣਾ ਹੀ ਅਸਲ ਵਿੱਚ ਜੀਵਨ ਦਾ ਮਨੋਰਥ ਹੈ। ਇੱਥੇ ਨਾਮ ਵਿੱਚ ਰੰਗੀ ਹੋਈ ਆਤਮਾ ਤੇ ਪਿਆਰੇ ਦੇ ਪ੍ਰੇਮ ਵਿੱਚ ਰੰਗੀ ਹੋਈ ਆਤਮਾ ਹੀ ਆਪਣੇ ਨਿਜ ਘਰ ਵਿੱਚ ਜਾ ਕੇ ਟਿਕਦੀ ਹੈ। ਇਹ ਫਿਰ ਜੂਨਾ ਮਰਨਾ ਦਾ ਜਿਹੜਾ ਚੱਕਰ ਸੀ, ਜਿੱਥੋਂ ਚੱਲੇ ਸੀ ਉੱਥੋਂ ਹਟ ਕੇ ਇਹ ਸੱਚਮੁੱਚ ਸਦੀਵੀ ਤੌਰ ਤੇ ਉਸ ਘਰ ਵਿੱਚ ਪਹੁੰਚ ਜਾਂਦੀ ਹੈ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ। ਫਿਰ ਮੈਂ ਇੱਕ ਵਾਰੀ ਉਹ ਸਾਰੀਆਂ ਚੀਜ਼ਾਂ ਦੁਹਰਾ ਦਿਆਂ। ਰੱਬ ਤੋਂ ਵਿਛੜ ਕੇ ਮਨੁੱਖ ਦਾ ਜੂਨੀਆਂ ਵਿੱਚ ਭਟਕਣਾ, ਫਿਰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਣੀ, ਫਿਰ ਗੁਰੂ ਦੇ ਨਾਲ ਮਿਲਾਪ ਹੋਣਾ, ਸਤਿਗੁਰ ਤੇ ਕਰਨੀ ਕਮਾਣੀ, ਮਿਹਨਤ ਦੀ ਗੱਲ ਕਰਨੀ, ਸਤ ਸੰਗਤ ਵਿੱਚ ਜੁੜਨਾ, ਸ਼ਬਦ ਗੁਰੂ, ਸੁਰਤ ਧੁਨ ਚੇਲਾ ਦੀ ਗੱਲ ਆਪਾਂ ਕੀਤੀ ਸੀ। ਫਿਰ ਰਸਤੇ ਦੇ ਦੋ ਭਿਆਨਕ ਰੂਪ ਜਿਹੜੇ ਆਉਂਦੇ ਹਨ, ਮਮਤਾ ਤੇ ਮਾਇਆ ਦੀਆਂ ਗੱਲਾਂ। ਫਿਰ ਉਸ ਤੋਂ ਜੇ ਨਿਕਲ ਕੇ ਆਪੇ ਦੀ ਇਨਸਾਨ ਪਛਾਣ ਕਰ ਲਵੇ, ਫਿਰ ਗੁਰੂ ਅੱਗੇ ਬੇਨਤੀਆਂ ਕਰਨੀਆਂ, ਬਿਨੋਂ ਮੋਹੇ ਸਾਰਿਆਂ ਦੀਆਂ ਗੱਲਾਂ ਗੁਰੂ ਨਾਲ ਕਰਨੀਆਂ। ਮਹਾਰਾਜ ਬਚਾ ਬਚਾ ਬਚਾ, ਇੱਥੋਂ ਕੱਢ ਇਸ ਭਵਜਲ ਤੋਂ ਤਾਰ। ਫਿਰ ਗੁਰ ਪ੍ਰਸਾਦੀ ਜਿਨ੍ਹਾਂ ਵੇਲੇ ਲਾਗੇ ਦੀ ਅਵਸਥਾ ਤੇ ਜਾ ਕੇ ਪਹੁੰਚ ਜਾਣਾ, ਫਿਰ ਨਿਰਮਲ ਭਾਵ ਨੂੰ ਜੀਵਨ ਦਾ ਆਧਾਰ ਬਣਾਉਣਾ, ਫਿਰ ਸੱਚੀ ਪ੍ਰੀਤ ਉਹਦੇ ਨਾਲ ਜੋੜ ਲੈਣੀ, ਪ੍ਰੀਤ ਵੇ ਦੇ ਨਾਮ ਵਿੱਚ ਰੰਗੇ ਜਾਣਾ, ਤੇ ਦਰਸ਼ਨਾਂ ਦੀ ਪਿਆਸ ਤੜਫ ਜਿਹੜੀ ਲੱਗ ਜਾਣੀ। ਫਿਰ ਜੀਵਨ ਮੁਕਤ ਉਹ ਜਿਹੜਾ ਜੀਵਨ ਦਾ ਰਹਿੰਦਾ ਹੋਇਆ ਆਨੰਦ ਮਾਣਦਾ ਹੋਵੇ। ਫਿਰ ਤਾਂ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਮੇ ਨਾ ਮਾਤਾ ਦੀ ਅਵਸਥਾ ਤੇ ਜਾ ਕੇ ਪਹੁੰਚ ਜਾਣਾ, ਸਹਿਜ ਅਵਸਥਾ ਵਿੱਚ ਆ ਕੇ ਜੁੜਨਾ। ਤੇ ਫਿਰ ਬ੍ਰਹਮ ਗਿਆਨੀ ਦੀ ਅਵਸਥਾ, ਜਿਹਨੂੰ ਪਿਛਲੀ ਵਾਰੀ ਆਪਾਂ ਵਿਚਾਰ ਕੀਤੀ ਸੀ, ਉੱਥੋਂ ਤੇ ਫਿਰ ਜੋਤੀ ਜਿਹੜੀ ਸੀ ਜੋਤ ਵਿੱਚ ਰਲ ਜਾਣੀ, ਤੇ ਅਖੀਰ ਇਹ ਯਾਤਰਾ ਜਿਹੜੀ ਹੈ ਇਹ ਸਫਲ ਹੋ ਜਾਣੀ। ਇਹ ਸਫਲ ਯਾਤਰਾ ਹੀ ਮਨੁੱਖ ਜੀਵਨ ਦਾ ਨਿਸ਼ਾਨਾ ਹੈ, ਜਿਹਦੇ ਵਿੱਚ ਅਸੀਂ ਆ ਕੇ ਆਪਣੇ ਜੀਵਨ ਨੂੰ ਸਫਲ ਕਰਕੇ ਨਿਰੰਕਾਰ ਦੇ ਘਰ ਵਿੱਚ ਜਾ ਸਕਦੇ ਹਾਂ। ਇਹ ਤਾਂ ਨਿਰਾਸ਼ ਲੋਕਾਂ ਦੀਆਂ ਝੋਲੀਆਂ ਵੀ ਭਰ ਜਾਂਦੀਆਂ। ਗੁਰੂ ਕਿਰਪਾ ਕਰੇ ਅਸੀਂ ਵੀ ਇਸ ਮਨੁੱਖਾ ਜਨਮ ਦੇ ਰਹਿੰਦੇ ਹੋਏ ਸਵਾਸ ਉਸ ਗੁਰੂ ਦੀ ਸ਼ਰਨ ਵਿੱਚ ਪੈ ਕੇ ਲੇਖੇ ਨੂੰ ਲਾ ਸਕੀਏ ਤੇ ਕਰਤਾਰ ਦੇ ਨਾਲ ਜੋੜ ਸਕੀਏ। ਇਹ ਕੁਝ ਗੱਲਾਂ, ਕੁਝ ਵਿਚਾਰਾਂ ਆਪ ਜੀ ਨੇ ਸਾਂਝੀਆਂ ਕੀਤੀਆਂ। ਇਹ ਵਿਚਾਰਾਂ ਦਾ ਆਧਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਨ, ਰਘਬੀਰ ਸਿੰਘ ਬੀਰ ਦੀਆਂ ਲਿਖੀਆਂ ਹੋਈਆਂ ਕੁਝ ਕਿਤਾਬਾਂ, ਜਿਨ੍ਹਾਂ ਤੋਂ ਮੈਂ ਕੁਝ ਸਿੱਖਿਆ ਲਈ ਜਾਂ ਅੱਜ ਤੋਂ 30-40 ਸਾਲ ਪਹਿਲਾਂ ਪੜ੍ਹੀਆਂ ਸਨ, ਉਹਨਾਂ ਦਾ ਜੋ ਮੈਨੂੰ ਉਹਨਾਂ ਵਿੱਚੋਂ ਮਿਲ ਸਕਿਆ। ਫਿਰ ਉਸ ਤੋਂ ਇਲਾਵਾ ਗਿਆਨੀ ਅਮਰੀਕ ਸਿੰਘ ਜੀ ਦੀਆਂ ਕੁਝ ਲਿਖੀਆਂ ਹੋਈਆਂ
किताबां चंडीगढ़ वालियां ਦੀਆਂ ਜਿਹੜੀ ਸੁਣੀਆਂ ਹੋਈਆਂ ਕਥਾ ਜਾਂ ਉਹਨਾਂ ਦੇ ਕੋਈ ਤੋਂ ਲਈ ਹੋਈਆਂ ਸੇਧਾਂ ਤੇ ਸਿੱਖ ਮਿਸ਼ਨ ਕਾਲਜ ਦਾ ਛਪਿਆ ਹੋਇਆ ਕੁਝ ਪੁਸਤਕਾਂ ਤੇ ਸਭ ਤੋਂ ਜ਼ਿਆਦਾ ਜੋ ਮੈਨੂੰ ਇਹਨਾਂ ਵਿਚਾਰਾਂ ਵਿੱਚ ਸਹਾਇਤਾ ਸੀ ਉਹ ਸੀ ਗੁਰਮੁਖ ਰੰਗਲੇ ਸੱਜਣਾ ਦੀ ਸੰਗਤ ਮੰਗ ਕੇ ਜੋ ਇਹਨਾਂ ਕੋਲੋਂ ਮੈਂ ਕੁਝ ਸਿੱਖਿਆ ਜਾਂ ਜਿਨ੍ਹਾਂ ਕੋਲੋਂ ਮੈਂ ਕੋਈ ਸਿੱਖਣ ਦਾ ਯਤਨ ਕੀਤਾ ਉਹਨਾਂ ਸੰਗਤ ਵਿੱਚੋਂ ਰਹਿ ਕੇ ਜੋ ਕੁਝ ਮੈਨੂੰ ਪਤਾ ਲੱਗਾ ਉਹ ਮੈਂ ਕੋਈ ਸਾਂਝਾ ਕਰਨ ਦਾ ਆਪ ਜੀ ਦੇ ਨਾਲ ਯਤਨ ਕੀਤਾ ਹੈ। ਪਰ ਇਹ ਯਤਨ ਹੈ, ਮੰਜ਼ਿਲ ਨਹੀਂ ਹੈ। ਨਾ ਹੀ ਇਹ ਇਹਨਾਂ ਬੋਲਾਂ ਦੇ ਵਿੱਚ ਪੂਰਤੀ ਹੈ ਜਾਂ ਅਸੀਂ ਨੂੰ ਪੂਰ ਕਹਿ ਸਕਦੇ ਹਾਂ। ਇੱਕ ਢੰਗ ਹੈ ਜੋ ਸਾਨੂੰ ਸਮਝ ਆ ਗਿਆ ਜਾਂ ਸਾਨੂੰ ਉਹਨਾਂ ਗੁਰਮੁਖ ਪਿਆਰੀਆਂ ਰੂਹਾਂ ਦੇ ਸੰਗਤ ਵਿੱਚੋਂ ਜੀਵਨ ਦਾ ਢੰਗ ਸਹੀ ਮਿਲਿਆ। ਮੈਂ ਖੁਸ਼ਨਸੀਬ ਵੀ ਹਾਂ ਕਿ ਐਸੇ ਵਿਅਕਤੀ ਵੀ ਮਿਲੇ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਵੀ ਸਮਝਾਈਆਂ, ਜਿਨ੍ਹਾਂ ਦੇ ਨਾਲ ਮੈਂ ਡੂੰਘੀ ਸਾਂਝ ਵੀ ਪਾਈ ਔਰ ਬੜਾ ਕੁਝ ਸਿੱਖਿਆ ਔਰ ਬੜਾ ਕੁਝ ਸਿੱਖਣ ਦਾ ਯਤਨ ਵੀ ਕੀਤਾ, ਅੱਜ ਵੀ ਕਰ ਰਿਹਾ ਹਾਂ। ਤਦ ਕਿ ਮੈਨੂੰ ਉਹ ਸੰਗਤ ਜਿਹੜੀ ਹੈ ਮਿਲੀ ਰਹੇ ਤੇ ਉਹਨਾਂ ਦੇ ਨਾਲ ਗੱਲਬਾਤ ਮੇਰੀ ਹੁੰਦੀ ਰਹੇ ਤਾਂ ਮੈਨੂੰ ਕੁਝ ਇਹ ਜਿਹੜੀਆਂ ਗੁੰਝਲਾਂ ਹਨ ਇਹ ਖੋਲ੍ਹਣ ਦਾ ਜਿਹੜਾ ਢੰਗ ਸੀ ਉਹ ਮਿਲ ਸਕੇ। ਤਾਂ ਮੈਂ ਕੁਝ ਯਤਨ ਜਿਹਾ ਕੀਤਾ ਹੈ। ਮੈਂ ਫਿਰ ਬੇਨਤੀ ਕਰ ਰਿਹਾ ਹਾਂ, ਇਹ ਆਖਰੀ ਨਿਰਣਾ ਨਹੀਂ ਹੈ, ਨਾ ਹੀ ਆਖਰੀ ਨਿਰਣਾ ਮੈਂ ਕੋਈ ਕਰਨ ਦਾ ਅਧਿਕਾਰ ਰੱਖਦਾ। ਮੈਂ ਤਾਂ ਗੁਰੂ ਕੀ ਅਰਦਾਸ ਬੇਨਤੀ ਜੋਦੜੀ ਕਰ ਰਿਹਾ ਹੈ, ਪਾਤਸ਼ਾਹ ਜੀ ਉਹ ਜੋ ਕੁਝ ਬੋਲਿਆ ਹੈ ਜਾਂ ਜੋ ਕੁਝ ਪੜ੍ਹਿਆ ਹੈ ਉਹ ਹੋਈਆਂ ਉਕਾਈਆਂ ਜਿਹੜਾ ਮੇਰੀ ਝੋਲੀ 'ਚ ਪਾ ਦਿਓ, ਪਰ ਬੋਲੇ ਹੋਏ ਸ਼ਬਦ ਜਿਹੜੇ ਤੁਹਾਡੇ ਨਾਲ ਜੋੜ ਸਕਣ ਉਹਨਾਂ ਨੂੰ ਮੇਰੀ ਜ਼ਿੰਦਗੀ ਵਿੱਚ ਵਸਾ ਦਿਓ ਤਾਂ ਕਿ ਮੇਰਾ ਵੀ ਤੁਹਾਡੇ ਵਾਂਗੂ ਵੀ ਲੋਕ ਪਰਲੋਕ ਸੁਖੇਲਾ ਹੋ ਸਕੇ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਸਾਰਿਆਂ ਨੂੰ ਪਿਆਰ ਸਹਿਤ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਗਜਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ